जिन्ना मिलया प्रभ अपना, नानक तिन कुरबान। माग सुचै सै कांडिये जिन पूरा गुर मेहरवान। फल गुण आनंद उपार्जन, हर सज्जन प्रगटे आए। संत सहाय राम कहे, कर कृपा दिया मिलाए। सेज सुहावी सर्ब सुख, हुण दुखा नाही जाए। इस पुनि वड पागणी, वर पाया हर राय। मिल सहिया मंगल गावही, गीत गोविंद आलाए। हर जेहा अवर ना दिसई, कोई दूजा लवे ना लाए। हलत पलत सवारे उन, नेचल दितियां न जाए। संसार सागर ते रखिया ना, बहु ना जन्मै ताए। जेवा एक अनेक गुण, तरे नानक चरणी पाए। फल गुण नित सलाही है, जिसनों तिल ना तमाए। जिन जिन नाम ते आया, तिनके काज सरे। हर गुर पूरा आराध्या, दरगह सच खरे। सर्ब सुखा निध चरण हर, भौजल बिखम तरे। प्रेम भगत तिन पाइया, बिखया नाहे जरे। कूड़ गए दुबदा नसी, पूर्ण सच परे। पार ब्रह्म प्रभ सेवदे, मन अंदर एक तरे। महादिवस मूरत पले, जिसको नदर करे। नानक मंगे दर्शदान, कृपा करो हरे। महादिवस मूरत पले, जिसको नदर करे। नानक मंगे दर्शदान, कृपा करो हरे। वाहिगुरु जी का खालसा, वाहिगुरु जी की फतेह। सतनाम। धन वाहिगुरु साहिब जीओ। अगम अगोचर सच साहिब मेरा। नानक बोले बुलाया तेरा।
ਨਾਨਕ ਬੋਲੇ ਬੁਲਾਇਆ ਤੇਰਾ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੁਨ ਪ੍ਰੇਤ ਪਕੜ ਚਲਾਏ ਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੈ ਸਿਆਹੋ ਹੋਵਾ ਸੇਤ ਜੇਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨ ਪਾਈਅਹੇ ਗੁਰ ਰਖਣ ਵਾਲਾ ਹੇਤ ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨ ਪਾਈਅਹੇ ਗੁਰ ਰਖਣ ਵਾਲਾ ਹੇਤ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ
ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ। ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ। ਮਾਲਕ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਮਹੀਨਾਵਾਰੀ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰਚਿਤ ਕਰਦਿਆਂ ਹੋਇਆਂ ਅਦਬੋ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਕ ਜੀਆਂ ਦੀ ਕਿਰਪਾ ਦੇ ਸਦਕਾ ਜੀਵਨ ਰੂਪੀ ਸਾਵਣ ਦਾ ਮਹੀਨਾ ਸੁੱਖ ਸੁੱਖਾਂ ਦਾ ਬਤੀਤ ਹੋਇਆ ਹੈ। ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਅੱਜ ਦਿਨ ਸੋਮਵਾਰ ਜੀਵਨ ਰੂਪੀ ਭਾਦਰੋਂ ਦਾ ਮਹੀਨਾ ਆਰੰਭ ਹੋਇਆ ਹੈ। ਪੰਚਮ ਪਾਤਸ਼ਾਹ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 12 ਮਾਹ ਬਾਣੀ ਦੇ ਅੰਦਰ ਜਿੱਥੇ ਇਹਨਾਂ ਰੁੱਤਾਂ ਦੀ ਗੱਲ ਕੀਤੀ ਹੈ ਉੱਥੇ ਮਹੀਨਿਆਂ ਦੀ ਗੱਲ ਕੀਤੀ ਹੈ। ਨਾਲ ਹੀ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰੇਕ ਮਹੀਨੇ ਦੇ ਬਾਬਤ ਇਨਸਾਨ ਨੂੰ ਮਨੁੱਖ ਨੂੰ ਸੁਚੇਤ ਕੀਤਾ ਹੈ ਕਿ ਭਾਈ ਇਸ ਧਰਤੀ ਦੇ ਉੱਤੇ ਆ ਕਰਕੇ ਆਪਣੇ ਜੀਵਨ ਨੂੰ ਕਿਵੇਂ ਗੁਰੂ ਦੇ ਸ਼ਬਦ ਦੇ ਰਾਹੀਂ ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ ਕਰਨਾ ਹੈ। ਆਓ ਹਜ਼ੂਰ ਜੀ ਬੇਨਤੀ ਕਰਦੇ ਨੇ ਪਾਦੋਏ ਪਰਮ ਭੁਲਾਣੀਆਂ ਦੂਜੈ ਲੱਗਾ ਹੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਇੱਥੇ ਮਹੀਨੇ ਦੇ ਬਾਬਤ ਗੱਲ ਕੀਤੀ ਹੈ ਭਾਦੋਏ। ਇਹਦਾ ਵਿਦਵਾਨਾਂ ਨੇ ਅਰਥ ਕੀਤਾ ਹੈ ਕਿ ਦੋ ਭਾਵ ਆਪਾਂ ਜਿਵੇਂ ਪਿਛਲੇ ਮਹੀਨੇ ਦੇ ਵਿੱਚ ਦੇਖਿਆ ਇਹ ਆਮ ਪ੍ਰਚਲਿਤ ਗੱਲ ਹੈ ਕਿ ਸਾਉਣ ਦੇ ਮਹੀਨੇ ਦੇ ਵਿੱਚ ਵਰਸ਼ਾ ਜ਼ਿਆਦੀ ਹੁੰਦੀ ਹੈ, ਵਰਖਾ ਜ਼ਿਆਦੀ ਹੈ, ਮੀਂਹ ਜ਼ਿਆਦਾ ਪੈਂਦੇ ਨੇ ਤੇ ਕਹਿੰਦੇ ਨੇ ਇਸ ਮਹੀਨੇ ਦੇ ਵਿੱਚ ਭਾਦਰੋਂ ਦੇ ਮਹੀਨੇ ਦੇ ਵਿੱਚ ਇਉਂ ਕਹਿ ਲਓ ਕਿ ਜਿੱਥੇ ਮੀਂਹ ਵੀ ਪੈਂਦੇ ਨੇ ਕਹਿੰਦੇ ਉੱਥੇ ਮੌਸਮ ਦੋ ਤਰ੍ਹਾਂ ਦਾ ਹੋ ਜਾਂਦਾ ਹੈ। ਭਾਵ ਕਦੀ ਮੀਂਹ ਪੈਣ ਲੱਗ ਜਾਂਦਾ ਹੈ, ਕਦੀ ਧੁੱਪ ਹੋ ਜਾਂਦੀ ਹੈ। ਦੋ ਹਿੱਸਿਆਂ ਦੇ ਵਿੱਚ ਦੋ ਤਰ੍ਹਾਂ ਕਹਿੰਦੇ ਨੇ ਕਿ ਇਸ ਮਹੀਨੇ ਦਾ ਮੌਸਮ ਜਿਹੜਾ ਉਹ ਵੰਡਿਆ ਜਾਂਦਾ ਹੈ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਇਸ ਮਹੀਨੇ ਦੇ ਵਿੱਚ ਮਾਲਕ ਜੀ ਕਹਿੰਦੇ ਭਾਦੋਏ ਭਰਮ ਭੁਲਾਣੀਆਂ। ਦੂਜੀ ਬੇਨਤੀ ਕੀਤੀ ਭਰਮ ਭੁਲੇਖਾ। ਕਹਿੰਦੇ ਕਿ ਜਿਵੇਂ ਇਨਸਾਨ ਇਸ ਮਨੁੱਖਾ ਦੇਹੀ ਦੇ ਰਾਹੀਂ ਪਰਮਾਤਮਾ ਵਾਹਿਗੁਰੂ ਜੀ ਦਾ ਜਾਪ ਕਰਨਾ ਸੀ, ਕਹਿੰਦੇ ਕਿ ਅਸਲ ਦੇ ਨਾਲੋਂ ਟੁੱਟ ਗਿਆ ਏ, ਵਿਛੜ ਗਿਆ ਏ। ਕੋਈ ਮੁਸਾਫਿਰ ਜਾ ਰਿਹਾ ਹੋਵੇ ਨਾ, ਮੰਜ਼ਿਲ ਤੇ ਪਹੁੰਚਣਾ ਹੋਵੇ, ਮੰਜ਼ਿਲ ਤੋਂ ਪਹੁੰਚਣ ਤੋਂ ਪਹਿਲਾਂ ਉਹਨੂੰ ਆਪਣਾ ਰਸਤਾ ਪਤਾ ਹੋਣਾ ਚਾਹੀਦਾ ਹੈ ਕਿ ਇਸ ਰਸਤੇ ਦੇ ਉੱਤੇ ਮੈਂ ਚੱਲਾਂਗਾ ਤੇ ਮੰਜ਼ਿਲ ਤੇ ਪਹੁੰਚ ਸਕਦਾ ਹੈ। ਜੇਕਰ ਮੰਜ਼ਿਲ ਤੇ ਪਹੁੰਚਣ ਲਈ ਰਸਤੇ ਦਾ ਨਹੀਂ ਪਤਾ ਤੇ ਕਹਿੰਦੇ ਉਹ ਮੰਜ਼ਿਲ ਤੇ ਕਦੀ ਵੀ ਨਹੀਂ ਪਹੁੰਚ ਸਕਦਾ। ਹਾਂ, ਦੱਸਣ ਵਾਲਿਆਂ ਨੇ ਦੱਸ ਦੇਣਾ ਭਾਈ ਕਿ ਇਸ ਪਾਸੇ ਨੂੰ ਤੁਰਿਆ ਜਾ। ਕਹਿੰਦੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਦੱਸਣ ਵਾਲੇ ਨੂੰ ਵੀ ਸਹੀ ਪਤਾ ਹੋਵੇ। ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਦੱਸਣ ਵਾਲੇ ਉਹ ਆਪਣੇ ਅੰਦਾਜ਼ੇ ਨਾਲ ਹੀ ਕਹਿ ਦਿੰਦੇ ਭਾਈ ਸਿੱਧਾ ਤੁਰਿਆ ਚੱਲ, ਪਤਾ ਉਹਨਾਂ ਨੂੰ ਵੀ ਨਹੀਂ ਹੈ। ਇਸੇ ਕਰਕੇ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮਨੁੱਖਾ ਦੇ ਹੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਲਈ ਬਣੀ ਹੈ। ਸਰੀਰ ਮਿਲਿਆ ਏ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਨਾਮ ਜਪਣ ਦੇ ਲਈ। ਐਵੇਂ ਵਹਿਮਾਂ ਦੇ ਵਿੱਚ ਨਾ ਪਏ,
ਭਰਮਾਂ ਦੇ ਵਿੱਚ ਨਾ ਪਏ, ਭੁਲੇਖਿਆਂ ਦੇ ਵਿੱਚ ਨਾ ਪਏ। ਕਿਉਂਕਿ ਜਿਸ ਟਾਈਮ ਦੇ ਉੱਤੇ ਇਨਸਾਨ ਭਰਮ ਦੇ ਵਿੱਚ ਪੈ ਜਾਂਦਾ ਹੈ, ਭੁਲੇਖੇ ਦੇ ਵਿੱਚ ਪੈ ਜਾਂਦਾ ਹੈ, ਆਪਣੇ ਅਸਲ ਦੇ ਨਾਲੋਂ ਕਹਿੰਦੇ ਉਹ ਟੁੱਟ ਜਾਂਦਾ ਹੈ, ਆਪਣੇ ਅਸਲੇ ਤੋਂ ਟੁੱਟ ਜਾਂਦਾ ਹੈ। ਕਿ ਜਿਵੇਂ ਮੁਸਾਫਿਰ ਨੇ ਪਹੁੰਚਣਾ ਤੇ ਸੀ ਆਪਣੀ ਮੰਜ਼ਲ ਤੇ, ਪਰ ਅਸਲ ਦੇ ਨਾਲੋਂ ਟੁੱਟਣ ਦਾ ਕਰਕੇ ਕਹਿੰਦੇ ਉਹ ਮੰਜ਼ਲ ਤੇ ਨਹੀਂ ਪਹੁੰਚ ਸਕਿਆ। ਰਸਤੇ ਦੇ ਵਿੱਚ ਹੀ, ਭੁਲੇਖਿਆਂ ਦੇ ਵਿੱਚ ਹੀ ਕਹਿੰਦੇ ਉਹਨੇ ਆਪਣਾ ਸਮਾਂ ਅਜਾਈਂ ਗਵਾ ਲਿਆ। ਇਸੇ ਤਰ੍ਹਾਂ ਇਹ ਮਨੁੱਖਾ ਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਹੈ, ਦੁਨੀਆ ਦਾ ਕੋਈ ਤਾਕਤ ਨਹੀਂ ਐਸੀ ਕਿ ਇਨਸਾਨ ਨੂੰ ਡੁਲਾ ਸਕੇ। ਦੁਨੀਆ ਦੇ ਉੱਤੇ ਕੋਈ ਐਸੀ ਚੀਜ਼ ਨਹੀਂ ਕਹਿੰਦੇ ਕਿ ਜੋ ਇਨਸਾਨ ਨੂੰ ਡੁਲਾ ਸਕੇ। ਪਰ ਹਾਂ, ਜਿਸ ਟਾਈਮ ਦੇ ਉੱਤੇ ਇਨਸਾਨ ਇਹ ਸੋਚ ਲਵੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਪ੍ਰਮਾਤਮਾ ਨੂੰ ਹੀ ਭੁਲਾ ਦਿੱਤਾ ਜਾਵੇ, ਵਹਿਮਾਂ ਦੇ ਵਿੱਚ ਪੈ ਕੇ, ਭੁਲੇਖਿਆਂ ਦੇ ਵਿੱਚ ਪੈ ਕੇ, ਕਹਿੰਦੇ ਫਿਰ ਇਨਸਾਨ ਆਪਣੇ ਅੰਦਰ ਤੋਂ ਹੀ ਜਦੋਂ ਟੁੱਟ ਜਾਂਦਾ ਹੈ ਤੇ ਫਿਰ ਪ੍ਰਮਾਤਮਾ ਨਾਲੋਂ ਵੀ ਟੁੱਟਿਆ ਹੋਇਆ ਹੈ। ਬਾਬਾ ਰਵਿਦਾਸ ਜੀ ਨੇ ਬਹੁਤ ਸੁੰਦਰ ਬਚਨ ਸਾਡੀ ਝੋਲੀ ਵਿੱਚ ਪਾਏ ਨੇ। ਉਹ ਕਹਿੰਦੇ ਨੇ ਕਿ ਦੇਖੋ, ਇਉਂ ਮੰਨ ਲਓ ਕਿ ਸੰਸਾਰ ਦੇ ਉੱਤੇ ਸਮੁੰਦਰ ਅਨੇਕਾਂ ਹੀ ਨੇ, ਨਦੀਆਂ ਅਨੇਕਾਂ ਹੀ ਨੇ, ਪਰ ਉਹਨਾਂ ਦੇ ਵਿੱਚੋਂ ਜੋ ਪਾਣੀ ਦੀਆਂ ਲਹਿਰਾਂ, ਤਰੰਗਾਂ ਨੇ, ਉਹ ਵੇਖਣ ਨੂੰ ਇਉਂ ਲੱਗਦੀਆਂ ਨੇ ਕਿ ਜਿਵੇਂ ਇਹ ਹੋਰ ਹੈ, ਪਰ ਹੈ ਉਹ ਅਸਲ ਦੇ ਵਿੱਚ ਪਾਣੀ ਹੈ। ਕਹਿੰਦੇ ਕਿ ਜਿਵੇਂ ਇੱਕ ਰਾਜਾ ਹੈ, ਆਪਣੇ ਰਾਜ ਭਾਗ ਦੀ ਚੰਗੀ ਹਿਫਾਜ਼ਤ ਕਰਦਾ ਹੈ, ਬਹੁਤ ਕੁਝ ਉਹਦੇ ਪਾਸ ਹੈ, ਪਰ ਹਾਂ ਜਦੋਂ ਨੀਂਦ ਦੇ ਵਿੱਚ ਉਹਨੂੰ ਸੁਪਨਾ ਆਇਆ ਤੇ ਕਹਿੰਦੇ ਉਹਨੂੰ ਵੀ ਇਹ ਭੁਲੇਖਾ ਭਾਵ ਕਿ ਇਹ ਲੱਗਾ ਕਿ ਸ਼ਾਇਦ ਇਹੀ ਸੱਚ ਹੈ। ਬਾਬਾ ਰਵਿਦਾਸ ਜੀ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਹਿੰਦੇ ਨੇ ਕਿ ਜਿੰਨਾ ਚਿਰ ਮਨ ਦੇ ਵਿੱਚ ਹਉਮੈ ਹੈ, ਮਨ ਦੇ ਵਿੱਚ ਹੰਕਾਰ ਹੈ, ਕਹਿੰਦੇ ਉਹਨਾਂ ਚਿਰ ਵਾਹਿਗੁਰੂ ਪ੍ਰਮਾਤਮਾ ਨੇ ਕਿਸੇ ਵੀ ਤਰ੍ਹਾਂ ਦੀ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਹਾਇਤਾ ਨਹੀਂ ਕਰਨੀ। ਪਰ ਹਾਂ, ਜਦੋਂ ਮਨ ਦੇ ਵਿੱਚੋਂ ਭਰਮ ਨੂੰ, ਭੁਲੇਖੇ ਨੂੰ, ਵਹਿਮ ਨੂੰ ਕਹਿੰਦੇ ਦੂਰ ਕੀਤਾ, ਫਿਰ ਕੀ ਹੋਵੇਗਾ? ਹਜ਼ੂਰ ਬਾਬਾ ਰਵਿਦਾਸ ਜੀ ਕਹਿੰਦੇ ਫਿਰ ਇਹ ਸਮਝ ਆਵੇਗੀ ਕਿ ਪ੍ਰਮਾਤਮਾ ਕਿਤੇ ਦੂਰ ਨਹੀਂ, ਪ੍ਰਮਾਤਮਾ ਕਿਤੇ ਵੱਖਰੀ ਜਗ੍ਹਾ ਤੇ ਨਹੀਂ, ਪ੍ਰਮਾਤਮਾ ਤੇ ਸਾਡੇ ਨਾਲ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਹਿੰਦੇ ਨੇ ਕਿ ਜਦੋਂ ਮੈਂ ਭੁਲੇਖੇ ਦੇ ਕਾਰਨ, ਭਰਮ ਦੇ ਕਾਰਨ, ਵਹਿਮ ਦੇ ਕਾਰਨ ਕਹਿੰਦੇ ਇਹ ਮੰਨਦਾ ਹਾਂ ਕਿ ਹਾਂ ਮੇਰੇ ਜੋ ਮੈਂ ਕਰ ਰਿਹਾ ਉਹੀ ਠੀਕ ਹੈ, ਕਹਿੰਦੇ ਉਸ ਟਾਈਮ ਦੇ ਉੱਤੇ ਪ੍ਰਮਾਤਮਾ ਜੀ ਦਾ ਨਾਮ ਹਿਰਦੇ ਵਿੱਚ ਨਹੀਂ ਵਸ ਸਕਦਾ। ਆਪ ਤੂੰ ਹੀ ਮੈਂ ਨਾਹੀ। ਕਹਿੰਦੇ ਹੁਣ ਕੀ ਹੋਇਆ ਕਿ ਜਦੋਂ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਨਾਮ ਨੂੰ ਹਿਰਦੇ ਵਿੱਚ ਵਸਾਇਆ, ਕਹਿੰਦੇ ਇਹਦੇ ਨਾਲ ਕੀ ਹੋਇਆ ਕਿ ਮਨ ਦੇ ਵਿੱਚੋਂ ਹਉਮੈ ਦੂਰ ਹੋਈ, ਮੈਲ ਦੂਰ ਹੋਈ, ਪ੍ਰਮਾਤਮਾ ਜੀ ਦਾ ਨਾਮ ਵਸਣ ਕਰਕੇ ਇਹ ਪਤਾ ਲੱਗ ਗਿਆ ਕਿ ਸੰਸਾਰ ਦੇ ਉੱਤੇ, ਇਸ ਬ੍ਰਹਿਮੰਡ ਦੇ ਉੱਤੇ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਨਾਮ ਹੈ ਜਿਹੜਾ ਉਹੀ ਸੱਚਾ ਹੈ। ਹੋਰ ਜਿੰਨੇ ਵੀ ਦੁਨੀਆ ਦੇ ਧਨ ਪਦਾਰਥ ਨੇ, ਅੱਗੇ ਜਾ ਕੇ ਵਿਚਾਰ ਵੀ ਆਵੇਗੀ, ਸਾਰੇ ਬਿਨਸਣਾਰ ਨੇ। ਤੇ ਨਾਲ ਹੀ ਇਹ ਕਹਿ ਦਿੱਤਾ ਕਿ ਜਿਸ ਟਾਈਮ ਦੇ ਉੱਤੇ ਇਸ ਸੰਸਾਰ ਦੇ ਉੱਤੇ, ਇਹ ਧਰਤੀ ਦੇ ਉੱਤੇ ਪ੍ਰਮਾਤਮਾ ਜੀ ਦੀ ਹੋਂਦ ਹੈ, ਕਹਿੰਦੇ ਅਗਮ ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਕਹਿੰਦੇ ਸਮੁੰਦਰਾਂ ਦੇ ਉੱਤੇ ਜਿਵੇਂ ਪਾਣੀ ਦੀਆਂ ਛੱਲਾਂ ਇਉਂ ਜਾਪਦਾ ਹੈ ਕਿ ਵੱਖ ਨੇ, ਪਰ ਹੁੰਦੀਆਂ ਉਹ ਪਾਣੀ ਹੀ ਨੇ। ਜਲ ਕੇਵਲ ਜਲ ਮਾਹੀ। ਕਹਿੰਦੇ ਜਲ ਤੇ ਹੁੰਦਾ ਹੈ, ਛੱਲਾਂ ਥੋੜ੍ਹੇ ਟਾਈਮ ਦੇ ਲਈ, ਕੁਝ ਸੈਕਿੰਡਾਂ ਦੇ ਲਈ ਵੱਖਰੀਆਂ ਹੋ ਜਾਂਦੀਆਂ ਨੇ ਪਾਣੀ, ਪਰ ਸਮਾ ਫਿਰ ਪਾਣੀ ਦੇ ਵਿੱਚ ਹੀ ਜਾਂਦੀਆਂ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਿ ਹੇ ਮਾਧਵੇ, ਹੇ ਪ੍ਰਮਾਤਮਾ ਜੀਓ, ਇਹ ਜਿਹੜਾ ਭਰਮ ਹੈ,
ਇਹ ਵਹਿਮ ਹੈ। ਕਹਿੰਦੇ ਜਿਸ ਹਿਸਾਬ ਦੇ ਨਾਲ ਇਨਸਾਨ ਮੰਨ ਲੈਂਦਾ ਹੈ, ਅਸਲ ਦੇ ਵਿੱਚ ਉਹ ਹੁੰਦਾ ਨਹੀਂ ਹੈ। ਜਿਸ ਹਿਸਾਬ ਦੇ ਨਾਲ ਇਨਸਾਨ ਸੋਚ ਲੈਂਦਾ ਹੈ, ਉਹ ਹੁੰਦਾ ਨਹੀਂ ਹੈ। ਬੇਨਤੀ ਕਰਦੇ ਨੇ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਪਿਕਾਰੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਕਹਿੰਦੇ ਰਾਤ ਦੇ ਸਮੇਂ ਦੇ ਵਿੱਚ ਇੱਕ ਰਾਜਾ, ਕਹਿੰਦੇ ਉਹਨੂੰ ਆਪਣੇ ਤਖਤ ਤੇ ਹੀ ਉਹ ਬੈਠਾ ਹੈ। ਕਹਿੰਦੇ ਜਿਸ ਟਾਈਮ ਦੇ ਉੱਤੇ ਉਹਨੂੰ ਉੱਥੇ ਨੀਂਦ ਆ ਗਈ, ਜਿਸ ਦੇ ਪਾਸ ਅਨੇਕਾਂ ਹੀ ਸੈਨਿਕ ਹਨ, ਜਿਸ ਦੇ ਪਾਸ ਅਨੇਕਾਂ ਹੀ ਫੌਜਦਾਰ ਹਨ, ਫੌਜ ਉਹਦੇ ਹੁਕਮ ਤੇ ਕੁਝ ਵੀ ਕਰਨ ਨੂੰ ਤਿਆਰ ਹੈ, ਧਨ ਪਦਾਰਥ ਬਹੁਤ ਹੈ। ਕਹਿੰਦੇ ਸੁਪਨਾ ਆਇਆ, ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ। ਕਹਿੰਦੇ ਸੁਪਨੇ ਦੇ ਵਿੱਚ ਇੱਕ ਉਹਦਾ ਜਨਮ ਸੀ ਜਿਹੜਾ ਬੜੇ ਗਰੀਬ ਘਰ ਦੇ ਵਿੱਚ ਹੋਇਆ। ਆਰਥਿਕ ਤੌਰ ਤੇ ਕਹਿੰਦੇ ਉਹਨਾਂ ਦੇ ਹਾਲਾਤ ਚੰਗੇ ਨਹੀਂ। ਜਦੋਂ ਗਰੀਬ ਘਰ ਦੇ ਵਿੱਚ ਜਨਮ ਹੋਇਆ, ਕਹਿੰਦੇ ਨੇ ਕਿ ਆਪਣ ਜਵਾਨ ਹੋਇਆ, ਖਾਣ ਦੇ ਲਈ ਕਦੀ ਕਿਸੇ ਦਰ ਤੇ ਜਾਂਦਾ ਏ, ਕਦੀ ਕਿਸੇ ਦਰ ਤੋਂ ਪਦਾਰਥ ਮੰਗਣ ਦੇ ਲਈ ਕਹਿੰਦੇ ਉਹ ਆਪਣਾ ਹੱਥ ਜਿਹੜਾ ਉਹ ਅੱਗੇ ਕਰਦਾ ਹੈ ਰਾਜਾ। ਪਰ ਕਹਿੰਦੇ ਜਿਸ ਟਾਈਮ ਦੇ ਉੱਤੇ ਉਹਨੂੰ ਜਾਗ ਆਈ, ਉਹ ਸੋਚਦਾ ਹੈ ਕਿ ਜੇ ਮੇਰੇ ਪਾਸ ਅਨੇਕਾਂ ਹੀ ਪਦਾਰਥ ਹਨ, ਅਨੇਕਾਂ ਹੀ ਫੌਜਦਾਰ ਹਨ, ਕਈ ਤਰ੍ਹਾਂ ਦੀਆਂ ਸਹੂਲਤਾਂ ਨੇ, ਪਰ ਫਿਰ ਵੀ ਇੱਕ ਐਸਾ ਜਿਹੜਾ ਸੀਨ ਹੈ, ਭਾਵ ਕਿ ਇੱਕ ਐਸਾ ਸੁਪਨਾ ਜਿਹੜਾ ਮੈਨੂੰ ਵੇਖਣ ਨੂੰ ਮਿਲਿਆ। ਨੀਂਦ ਦੇ ਕਾਰਨ, ਭਾਵ ਕਿ ਸੁਪਨੇ ਦਾ ਕਾਰਨ ਸੀ ਨੀਂਦ। ਜਿਸ ਟਾਈਮ ਦੇ ਉੱਤੇ ਨੀਂਦ ਆਈ, ਕਹਿੰਦੇ ਉਹਨੂੰ ਇਹ ਵੇਖਣਾ ਪਿਆ ਕਿ ਮੈਂ ਇੱਕ ਗਰੀਬ ਘਰ ਦੇ ਵਿੱਚ ਜੰਮਿਆ ਹਾਂ। ਇਸੇ ਤਰ੍ਹਾਂ ਕਹਿੰਦੇ ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਨਾ ਉਹਦੇ ਕੋਲ ਸੁਪਨੇ ਦੇ ਵਿੱਚ ਰਾਜ ਭਾਗ ਹੈ, ਨਾ ਉਹਦੇ ਕੋਲ ਫੌਜ ਹੈ, ਨਾ ਉਹਦੇ ਪਾਸ ਕੋਈ ਸ਼ੌ ਸ਼ਾਕਤ, ਉਹਦਾ ਹੁਕਮ ਮੰਨਣ ਵਾਲਾ ਵੀ ਕੋਈ ਨਹੀਂ। ਕਹਿੰਦੇ ਸੋ ਗਤ ਭਈ ਹਮਾਰੀ, ਭਾਈ ਇਹੀ ਗਤ ਸਾਡੀ ਹੈ, ਭਾਵ ਕਿ ਇਹੀ ਹਾਲਾਤ ਸਾਡੇ ਨੇ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੇ ਸਾਨੂੰ ਇਹ ਮਨੁੱਖਾ ਦੇਹੀ ਸਰੀਰ ਦਿੱਤਾ ਹੈ। ਕਹਿੰਦੇ ਨੇ ਕਿ ਦਿਨ ਪ੍ਰਤੀ ਦਿਨ ਇਸ ਸਰੀਰ ਦੇ ਵਿੱਚੋਂ ਸਾਹ ਜਿਹੜੇ ਉਹ ਜਾਈ ਜਾ ਰਹੇ ਨੇ, ਤੇ ਜੇਕਰ ਇਹਨਾਂ ਸਾਹਾਂ ਦੇ ਰਾਹੀਂ ਪ੍ਰਮਾਤਮਾ ਜੀ ਦਾ ਨਾਮ ਜਪਿਆ ਜਾਵੇ, ਕਹਿੰਦੇ ਉਹ ਹੋਰ ਵੀ ਜਨਮ ਨੂੰ ਸੁਖਾਲਾ ਕਰ ਦਿੰਦੇ ਨੇ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ, ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨਾ ਆਇਆ। ਕਹਿੰਦੇ ਨੇ ਕਿ ਜਿਵੇਂ ਅਨੇਕਾਂ ਹੀ ਸੋਨੇ ਦੇ ਪਦਾਰਥ ਹੋਣ, ਤੇ ਉਸ ਸੋਨੇ ਦੇ ਪਦਾਰਥਾਂ ਦੇ ਵਿੱਚੋਂ ਪਹਿਲਾਂ ਤੇ ਇੱਕ ਡਲੀ ਹੈ, ਕਹਿੰਦੇ ਉਹਦੇ ਵਿੱਚੋਂ ਭਾਵੇਂ ਜਿੰਨੇ ਮਰਜ਼ੀ ਉਹ ਤਿਆਰ ਕਰ ਲਏ ਜਾਣ, ਉਹਦੇ ਸੋਨੇ ਤੋਂ ਬਣੇ ਜਿਹੜੇ ਨੇ, ਪਰ ਹਾਂ ਫਿਰ ਉਹ ਸੋਨਾ ਨਹੀਂ ਰਹਿ ਜਾਂਦਾ, ਉਹਦਾ ਨਾਂ ਚੇਂਜ ਹੋ ਜਾਂਦਾ ਹੈ। ਇਸੇ ਕਰਕੇ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਭਾਈ ਭਾਵੇਂ ਉਸ ਸੋਨੇ ਤੋਂ ਬਣੇ ਅਨੇਕਾਂ ਹੀ ਗਹਿਣੇ ਨੇ, ਤੇ ਫਿਰ ਜੇਕਰ ਸੁਨਿਆਰਾ ਉਹਨੂੰ ਢਾਲ ਦਵੇ, ਉਹਨੂੰ ਇੱਕ ਡਲੀ ਬਣਾ ਦੇਵੇ, ਕਹਿੰਦੇ ਕਿ ਉਸ ਨੂੰ ਫਿਰ ਸੋਨਾ ਹੀ ਕਿਹਾ ਜਾਵੇਗਾ, ਉਹ ਤੋਂ ਬਣੇ ਗਹਿਣੇ ਨਹੀਂ ਕਹੇ ਜਾਣਗੇ। ਇਸ ਕਰਕੇ ਕਹਿੰਦੇ ਕਹਤੇ ਕਹਿਨ ਨਾ ਆਇਆ, ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਪੋਈ, ਕਹਿ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਏ ਸੋਈ। ਬਾਬਾ ਰਵਿਦਾਸ ਜੀ ਕਹਿੰਦੇ ਸਰਬੇ ਏਕ ਅਨੇਕੈ ਸੁਆਮੀ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇਸ ਸੰਸਾਰ ਦੇ ਵਿੱਚ ਕਿੰਨੇ ਸਰੀਰ ਨੇ, ਉਹਨਾਂ ਸਰੀਰਾਂ ਦੇ ਵਿੱਚ ਹੀ ਉਹ ਪਰਮਾਤਮਾ ਮੌਜੂਦ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ। ਉਹਦੀ ਕਿਰਪਾ ਦੇ ਸਦਕਾ, ਉਹਦੀ ਰਹਿਮਤ ਦੇ ਸਦਕਾ ਕਹਿੰਦੇ ਹਰੇਕ ਜੀਵ
ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਹੈ। ਕਹਿ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਈ ਸੋ ਹੋਈ। ਕਹਿੰਦੇ ਪਰ ਹਾਂ ਉਹ ਪ੍ਰਮਾਤਮਾ ਇਹ ਪਹਿਚਾਨਣ ਦੀ ਗੱਲ ਹੈ ਤੇ ਸਾਡੇ ਹੱਥ ਤੋਂ ਵੀ ਨੇੜੇ ਹੈ। ਇਨਸਾਨ ਦੇ ਸਭ ਤੋਂ ਕਰੀਬ ਜੇਕਰ ਸਰੀਰ ਦਾ ਕੋਈ ਅੰਗ ਹੈ ਉਹ ਹੈ ਹੱਥ। ਕਹਿੰਦੇ ਪਰ ਪ੍ਰਮਾਤਮਾ ਹੱਥ ਤੋਂ ਵੀ ਨੇੜੇ ਹੈ। ਬਾਬਾ ਰਵਿਦਾਸ ਜੀ ਨੇ ਭਾਵੇਂ ਕਿ ਇਹਨਾਂ ਬਚਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਬਾਰੇ ਸਾਨੂੰ ਸਮਝਾਉਣਾ ਕੀਤਾ, ਨਾਲ ਹੀ ਕਹਿੰਦੇ ਨੇ ਜਿਵੇਂ ਸਤਿਗੁਰੂ ਜੀ ਨੇ ਆਖਿਆ ਭਾਦੋਏ ਭਰਮ ਭੁਲਾਣੀਆਂ। ਕਹਿੰਦੇ ਭਾਈ ਭਾਦਰੋਂ ਦੇ ਮਹੀਨੇ ਦੇ ਵਿੱਚ ਇਨਸਾਨ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਛੱਡ ਕਰਕੇ ਕਹਿੰਦੇ ਇਹ ਮਨੁੱਖਾ ਦੇਹੀ ਜੋ ਮਿਲੀ ਸੀ, ਇਸ ਦੇਹੀ ਦੇ ਵਿੱਚੋਂ ਵਾਹਿਗੁਰੂ ਪ੍ਰਮਾਤਮਾ ਜੀ ਇਸ ਮਨੁੱਖਾ ਜਨਮ ਦੇ ਵਿੱਚੋਂ ਉਹਨੂੰ ਪ੍ਰਾਪਤ ਕਰਨਾ ਸੀ। ਪਰ ਹਾਂ ਦੂਜੇ ਲੱਗਾ ਹੇਤ ਧਨ ਪਦਾਰਥਾਂ ਦੇ ਨਾਲ ਹੋਰ ਦੂਜੀਆਂ ਚੀਜ਼ਾਂ ਦੇ ਨਾਲ ਕਹਿੰਦੇ ਇਹਦਾ ਹੇਤ ਲੱਗ ਗਿਆ, ਸਨੇਹ ਲੱਗ ਗਿਆ, ਪ੍ਰੇਮ ਪੈ ਗਿਆ। ਹੁਣ ਕਿੰਨਾਂ ਦੇ ਨਾਲ ਪਿਆ ਹੈ? ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਪਹਿਲਾਂ ਆਪਣੀ ਇਨਸਾਨ ਦੇਹੀ ਨੂੰ ਸਵਾਰਨ ਲੱਗ ਗਿਆ ਕਿ ਆਹ ਕੱਪੜਾ ਮੇਰੇ ਤੇ ਚੰਗਾ ਨਹੀਂ, ਇਸ ਕੱਪੜੇ ਨੂੰ ਪਾਵਾਂਗਾ ਮੈਂ ਸੁੰਦਰ ਦਿਖਾਂਗਾ, ਇਸ ਤਰ੍ਹਾਂ ਦਾ ਸ਼ਿੰਗਾਰ ਕਰਾਂ ਮੈਂ ਸੁੰਦਰ ਦਿਸਾਂਗਾ। ਪਰ ਅਸਲ ਦੇ ਵਿੱਚ ਬਾਹਰੀ ਤੌਰ ਤੇ ਦੇਹੀ ਨੂੰ ਸ਼ਿੰਗਾਰਨ ਦਾ ਕੋਈ ਫਾਇਦਾ ਨਹੀਂ। ਆਪਾਂ ਬਚਨ ਪੜ੍ਹਦੇ ਆ ਨਾ, ਕਹਿੰਦੇ ਕਿ ਭਾਵੇਂ ਇਸ ਦੇਹੀ ਨੂੰ ਚੰਦਨ ਦੀ ਮਾਲਿਸ਼ ਕਰੋ, ਭਾਵੇਂ ਇਸ ਦੇਹੀ ਦੇ ਉੱਤੇ ਕਈ ਕੁਝ ਲਾ ਲਓ, ਅਨੇਕਾਂ ਹੀ ਖੁਸ਼ਬੂਆਂ ਵਾਲੇ ਜੋ ਪਦਾਰਥ ਨੇ ਉਹਨਾਂ ਨੂੰ ਆਪਣੀ ਦੇਹੀ ਤੇ ਲਾਈ ਜਾਓ, ਕੀ ਹੋਵੇਗਾ? ਇੱਕ ਨਾ ਇੱਕ ਦਿਨ ਤੇ ਇਸ ਦੇਹੀ ਨੇ, ਇਸ ਸਰੀਰ ਨੇ ਮਿੱਟੀ ਦੇ ਵਿੱਚ ਹੀ ਮਿਲਣਾ ਹੈ। ਕਹਿੰਦੇ ਭਾਵੇਂ ਕੋਈ ਆਪਣੇ ਸਰੀਰ ਨੂੰ, ਆਪਣੀ ਦੇਹ ਨੂੰ ਸੁੰਦਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਾਂ ਉਹ ਬਾਹਲਾ ਟਾਈਮ ਬਾਹਰੀ ਤੌਰ ਤੇ ਲਾਏ ਹੋਏ ਪਦਾਰਥ ਕਹਿੰਦੇ ਉਹ ਕਿੰਨਾ ਕੁ ਚਿਰ ਸਾਥ ਦੇ ਦੇਣਗੇ ਇਨਸਾਨ ਦੇ। ਅਸਲ ਦੇ ਵਿੱਚ ਉਹਨਾਂ ਦਾ ਵੀ ਅਸਰ ਜਿਹੜਾ ਹੈ ਉਹ ਖਤਮ ਹੋਣਾ ਹੈ। ਪਰ ਹਾਂ ਪਰਮਾਤਮਾ ਦੇ ਨਾਮ ਦੇ ਗੁਣ ਨੇ ਜਿਹੜੇ, ਪਰਮਾਤਮਾ ਦੇ ਗੁਣ ਨੇ ਜਿਹੜੇ, ਰੱਬੀ ਗੁਣ ਨੇ ਜਿਹੜੇ, ਕਹਿੰਦੇ ਉਹਨਾਂ ਨੂੰ ਆਪਣੀ ਦੇਹੀ ਦਾ ਸ਼ਿੰਗਾਰ ਬਣਾ। ਆਪਾਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਨਾ, ਕੋਈ ਵੀ ਬੱਚਾ, ਜਦੋਂ ਅਸੀਂ ਕਿਸੇ ਬੱਚੇ ਨੂੰ ਆਵਾਜ਼ ਦਿੰਦੇ ਹਾਂ ਤੇ ਜੇਕਰ ਤੇ ਉਹ ਬੱਚਾ ਬੜੇ ਪਿਆਰ ਦੇ ਨਾਲ, ਬੜੀ ਮਿਠਾਸ ਦੇ ਨਾਲ ਅੱਗੋਂ ਆਵਾਜ਼ ਦਿੰਦਾ ਏ, ਉਹਦੇ ਵਿੱਚੋਂ ਫਿਰ ਉਹਦੇ ਦਿੱਤੇ ਹੋਏ ਮਾਂ-ਬਾਪ ਦੇ ਸੰਸਕਾਰ ਜਿਹੜੇ ਨੇ ਉਹ ਝਲਕਦੇ ਨੇ। ਮਾਂ-ਬਾਪ ਦੀ ਦਿੱਤੀ ਹੋਈ ਸਿੱਖਿਆ ਜਿਹੜੀ ਹੈ ਉਹ ਪਤਾ ਲੱਗਦੀ ਹੈ ਕਿ ਹਾਂ ਵਾਕਿਆ ਹੀ ਭਾਈ ਇਹ ਸੰਸਕਾਰੀ ਹੈ, ਇਹਦੇ ਪਾਸ ਗੁਣ ਹਨ, ਸਲੀਕਾ ਹੈ ਸੰਸਾਰ ਦੇ ਉੱਤੇ ਵਿਚਰਨ ਦਾ, ਸੰਸਾਰ ਦੇ ਉੱਤੇ ਰਹਿਣ ਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਬਚਨ ਕਹੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਮਿਠਾਸ ਵਾਲਾ ਉਹ ਆਪਣੀ ਬੋਲੀ ਹੈ। ਜੇਕਰ ਇਨਸਾਨ ਕੋਈ ਸ਼ਬਦ ਕਿਸੇ ਨੂੰ ਪਿਆਰ ਦੇ ਨਾਲ ਬੋਲ ਲੈਂਦਾ ਹੈ, ਕਹਿੰਦੇ ਇਹ ਤੋਂ ਵੱਡਾ ਹੋਰ ਕੋਈ ਕੰਮ ਨਹੀਂ। ਹਜ਼ੂਰ ਸਤਿਗੁਰੂ ਜੀ ਕਹਿੰਦੇ ਲੱਖ ਸ਼ਿੰਗਾਰ ਬਣਾਇਆ। ਇਨਸਾਨ ਨੇ ਆਪਣੀ ਦੇਹੀ ਨੂੰ ਸਵਾਰਨ ਦੇ ਵਾਸਤੇ ਕਈ ਤਰ੍ਹਾਂ ਦੇ ਪਦਾਰਥ ਵਰਤੇ, ਕਈ ਤਰ੍ਹਾਂ ਦੇ ਵਸਤਰ ਜਿਹੜੇ ਵਰਤੇ, ਸਰੀਰ ਤੇ ਪਾਏ ਨੇ। ਤੇ ਕਹਿੰਦੇ ਪਰ ਹਾਂ ਕਾਰਜ ਨਾਹੀ ਕੇਤ। ਭਾਈ ਇਹ ਕਿਸੇ ਵੀ ਕਾਰਜ ਦੇ ਨਹੀਂ, ਇਹ ਕਿਸੇ ਵੀ ਕੰਮ ਨਹੀਂ ਆਉਣੇ। ਇੱਕ ਦਿਨ ਵਰਤਦੇ ਹਾਂ, 2 ਦਿਨ ਵਰਤਦੇ ਹਾਂ, 4 ਦਿਨ ਵਰਤਦੇ ਹਾਂ। ਹਜ਼ੂਰ ਜੀ ਕਹਿੰਦੇ ਇੱਕ ਨਾ ਇੱਕ ਦਿਨ ਤੇ ਭਾਈ ਇਹ ਸਭ ਕੁਝ ਤੈਨੂੰ ਛੱਡਣਾ ਹੀ ਪੈਣਾ ਹੈ। ਇਹ ਸੰਸਾਰ ਦੇ ਵਿੱਚੋਂ ਤੇ ਇੱਕ ਨਾ ਇੱਕ ਦਿਨ ਸਭ ਕੁਝ ਤੈਨੂੰ ਛੱਡਣਾ ਪੈਣਾ। ਇਸ ਕਰਕੇ ਕਾਰਜ ਨਾਹੀ ਕੇਤ। ਇਹਨਾਂ ਨੇ ਕਾਰਜ ਭਾਵ ਕਿ ਕੰਮ ਨਹੀਂ ਆਉਣਾ, ਕੰਮ ਤੇ ਆਉਣਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ। ਸਤਿਗੁਰੂ ਜੀ ਕਹਿੰਦੇ ਇਹ ਦੇਹ ਨੇ ਬਿਨਸਣਾ ਏ, ਤੇ ਜਿਨ੍ਹਾਂ ਦੇ ਕਰਕੇ ਭਾਈ ਤੂੰ ਇੰਨਾ ਕੁਝ ਕਰ ਰਿਹਾ ਏ, ਜਿਸ ਦਿਨ ਇਹ ਦੇਹ ਬਿਨ ਸਸੀ ਭਾਵ ਕਿ ਇਹ ਦੇਹ ਦੇ ਵਿੱਚੋਂ, ਸਰੀਰ ਦੇ ਵਿੱਚੋਂ ਸਾਹ ਨਿਕਲ ਗਏ,
ਹਜ਼ੂਰ ਜੀ ਕਹਿੰਦੇ ਨੇ ਤਾਂ ਕਰਕੇ ਤੇ ਤਵੇਲੇ ਕੈਸਣ ਪ੍ਰੇਤ, ਉਸੇ ਵੇਲੇ ਕਹਿੰਦੇ ਨੇ ਕਿ ਹਾਂ ਭਾਈ ਇਹਦੇ ਵਿੱਚ ਸਾਹ ਨਹੀਂ ਰਹਿ ਗਏ। ਜੋ ਪਰਿਵਾਰ, ਜੋ ਰਿਸ਼ਤੇਦਾਰ, ਜਿਨ੍ਹਾਂ ਦੇ ਨਾਲ ਇਨਸਾਨ ਨੇ ਇੰਨਾ ਸਨੇਹ ਪਾਇਆ ਸੀ, ਇੰਨਾ ਪ੍ਰੇਮ ਪਾਇਆ ਸੀ, ਕਹਿੰਦੇ ਫਿਰ ਉਹੀ ਇਹਦਾ ਅੰਤ ਸਮੇਂ ਦੇ ਵਿੱਚ ਇਹ ਆਖਦੇ ਨੇ ਭਾਈ ਬਾਹਲਾ ਟਾਈਮ ਨਾ ਲਾਓ। ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿਤ ਵੇਲੇ ਕੈਸਨ ਪ੍ਰੇਤ, ਇੱਕ ਐਸੀ ਅਵਸਥਾ, ਇੱਕ ਐਸੀ ਜਗ੍ਹਾ ਤੇ ਕਹਿੰਦੇ ਨੇ ਕਿ ਇਨਸਾਨ ਉਸ ਟਾਈਮ ਦੇ ਉੱਤੇ ਆ ਜਾਂਦਾ, ਕਹਿੰਦੇ ਕਿ ਘਰ ਰੱਖਣ ਨੂੰ ਵੀ ਕੋਈ ਉਹਨੂੰ ਤਿਆਰ ਨਹੀਂ ਹੁੰਦਾ। ਹਜ਼ੂਰ ਦੀ ਬੇਨਤੀ ਕਰਦੇ ਨੇ, ਪਕੜ ਚਲਾਇਨ ਦੂਤ ਜਾਮਾ ਕਿਸੈ ਨਾ ਦੇਨੀ ਭੇਤ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਕੜ ਚਲਾਇਨ ਦੂਤ ਜਾਮਾ, ਕਿ ਜਿਸ ਟਾਈਮ ਦੇ ਉੱਤੇ ਰੱਬੀ ਕਾਨੂੰਨ, ਰੱਬੀ ਹੁਕਮ ਦੇ ਅਨੁਸਾਰ ਪਰਮਾਤਮਾ ਜੀ ਦੀ ਦਰਗਾਹ ਤੋਂ ਬੁਲਾਵਾ ਆ ਗਿਆ ਤੇ ਇਸ ਸਾਰੇ ਸਿਲਸਿਲੇ ਨੂੰ ਛੱਡ ਕਰਕੇ ਭਾਈ ਤੈਨੂੰ ਜਾਣਾ ਪਵੇਗਾ। ਫਿਰ ਇਹ ਨਹੀਂ ਵੇਖਿਆ ਜਾਣਾ ਕਿ ਇਹਦੇ ਅਜੇ ਬੱਚੇ ਛੋਟੇ ਨੇ ਜਾਂ ਇਹਦੇ ਇੰਨੇ ਕੰਮ ਜਿਹੜੇ ਉਹ ਕਰਨ ਵਾਲੇ ਨੇ। ਕਹਿੰਦੇ ਉਹ ਤੇ ਰੱਬੀ ਕਾਨੂੰਨ ਹੈ, ਰੱਬੀ ਹੁਕਮ ਹੈ। ਬਾਬਾ ਫਰੀਦ ਸਾਹਿਬ ਜੀ ਨੇ ਵੀ ਬਚਨ ਕਹੇ ਨਾ, ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸ਼ਾਇਕ ਸ਼ੇਖ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਬਾਬਾ ਫਰੀਦ ਜੀ ਕਹਿੰਦੇ ਭਾਈ ਨਾ ਕਿਸੇ ਰਾਜੇ ਨੇ ਇਹ ਧਰਤੀ ਤੇ ਰਹਿਣਾ ਕੀਤਾ ਏ, ਨਾ ਕਿਸੇ ਸ਼ਾਹੂਕਾਰ ਨੇ, ਅੰਤ ਨੂੰ ਉਹਨਾਂ ਨੂੰ ਵੀ ਜਾਣਾ ਪਿਆ ਏ। ਭਾਵੇਂ ਕਿ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਬਾਦਸ਼ਾਹ ਮਨ ਦੇ ਵਿੱਚ ਖਵਾਹਿਸ਼ ਸੀ ਕਿ ਮੈਂ ਸਾਰੀ ਦੁਨੀਆ ਨੂੰ ਜਿੱਤਾਂ, ਸਰ ਕਰਾਂ ਸਾਰੀ ਦੁਨੀਆ ਨੂੰ, ਪਰ ਜਿਸ ਟਾਈਮ ਦੇ ਉੱਤੇ ਮੌਤ ਨੇ ਆਣ ਕੇ ਇਹਨੂੰ ਘੇਰਾ ਪਾਇਆ, ਫਿਰ ਅੰਤ ਸਮੇਂ ਇਹ ਵੀ ਆਖਣ ਲੱਗਾ, ਕਹਿੰਦਾ ਕਿ ਜਿਸ ਟਾਈਮ ਦੇ ਉੱਤੇ ਮੈਨੂੰ ਕਬਰ ਦੇ ਵਿੱਚ ਦਫਨਾਉਣ ਲਈ ਲੈ ਕੇ ਜਾਓਗੇ, ਮੇਰੇ ਹੱਥ ਬਾਹਰ ਰੱਖਿਓ, ਪਤਾ ਲੱਗੇ ਦੁਨੀਆ ਨੂੰ ਕਿ ਸਿਕੰਦਰ ਬਾਦਸ਼ਾਹ ਇਹ ਮਨ ਦੇ ਵਿੱਚ ਖਿਆਲ ਲੈ ਕੇ ਆਇਆ ਸੀ, ਇਹ ਖਿਆਲ ਕਰਦਾ ਸੀ, ਭਾਵ ਕਿ ਇਹ ਸੋਚਦਾ ਸੀ ਕਿ ਇਸ ਦੁਨੀਆ ਤੇ ਮੈਂ ਰਾਜ ਕਰਾਂਗਾ ਤੇ ਦੁਨੀਆ ਨੂੰ ਜਿੱਤਾਂਗਾ। ਅੱਜ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਬਾਦਸ਼ਾਹ ਵੀ ਇਸ ਸੰਸਾਰ ਤੋਂ ਰਾਜ ਭਾਗ ਹੁੰਦਿਆਂ ਹੋਇਆਂ ਵੀ ਖਾਲੀ ਹੱਥ ਜਾ ਰਿਹਾ, ਕੁਛ ਨਾਲ ਲੈ ਕੇ ਨਹੀਂ ਜਾ ਰਿਹਾ। ਤੇ ਹਜ਼ੂਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਨਾ ਕਿ ਜਿਵੇਂ ਮੀਂਹ ਪੈਂਦਾ ਏ ਤੇ ਮੀਂਹ ਪੈਣ ਦੇ ਨਾਲ ਧਰਤੀ ਦੇ ਉੱਤੇ ਜਲ ਦੇ ਵਿੱਚ ਅਨੇਕਾਂ ਹੀ ਜਿਹੜੇ ਮੀਂਹ ਤੋਂ ਪੈਦਾ ਹੋਏ, ਪਾਣੀ ਤੋਂ ਪੈਦਾ ਹੋਏ ਬੁਲਬੁਲੇ ਪੈਦਾ ਹੁੰਦੇ ਨੇ, ਪਰ ਉਹਨਾਂ ਦਾ ਵਜੂਦ, ਉਹਨਾਂ ਦੀ ਹੋਂਦ ਵੀ ਕੋਈ ਜ਼ਿਆਦਾ ਟਾਈਮ ਨਹੀਂ ਹੈ। ਹਜ਼ੂਰ ਜੀ ਕਹਿੰਦੇ ਇਸੇ ਤਰ੍ਹਾਂ ਇਨਸਾਨ ਇਸ ਧਰਤੀ ਤੇ, ਇਸ ਬ੍ਰਹਿਮੰਡ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਪੈਦਾ ਹੋ ਰਹੇ ਨੇ, ਕਿੰਨੇ ਕੁ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੀਵ ਜੰਤੂ ਪੈਦਾ ਹੋ ਰਹੇ ਨੇ। ਕਹਿੰਦੇ ਹੈ ਬੁਲਬੁਲੇ ਦੀ ਨਿਆਈ ਹੈ, ਇੱਕ ਮਿੰਟ ਦੇ ਵਿੱਚ, ਇੱਕ ਸੈਕਿੰਡ ਦੇ ਵਿੱਚ ਕਹਿੰਦੇ ਨੇ ਕਿ ਕਈ ਜੰਮ ਵੀ ਰਹੇ ਨੇ ਤੇ ਕਈ ਮਰ ਵੀ ਰਹੇ ਨੇ, ਕਈ ਜਾ ਵੀ ਰਹੇ ਨੇ। ਇੱਥੋਂ ਤੱਕ ਆਪਾਂ ਵੇਖਦੇ ਹਾਂ, ਕਹਿੰਦੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਆ ਜਾਂਦਾ ਹੈ, ਐਸੇ ਵੀ ਇਨਸਾਨ ਨੇ, ਭਾਵ ਕਿ ਇਸ ਤਰ੍ਹਾਂ ਦੀਆਂ ਵੀ ਜੋ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਖਬਰਾਂ ਸੁਣਦੇ ਹਾਂ, ਕਹਿੰਦੇ ਪ੍ਰਸ਼ਾਦਾ ਜਿਹੜਾ ਛਕ ਰਿਹਾ ਸੀ ਉਸ ਟਾਈਮ ਦੇ ਉੱਤੇ ਹੀ ਉਹਦੀ ਜਾਨ ਨਿਕਲ ਗਈ। ਸੋ ਇਸ ਕਰਕੇ ਹਜ਼ੂਰ ਜੀ ਕਹਿੰਦੇ ਨੇ ਭਾਈ ਪਕੜ ਚਲਾਈ ਨਦੂਤ ਜੰਮ ਕਿਸੇ ਨਾ ਦੇਨੀ ਭੇਤ। ਜਦੋਂ ਰੱਬੀ ਕਾਨੂੰਨ ਦੇ ਮੁਤਾਬਿਕ ਬੁਲਾਵਾ ਆ ਗਿਆ, ਫਿਰ ਇਹ ਭੇਤ ਕਿਸੇ ਨੂੰ ਨਹੀਂ ਹੈ, ਇਹਦੇ ਬਾਰੇ ਜਾਣਕਾਰੀ ਕਿਸੇ ਨੂੰ ਨਹੀਂ ਹੈ ਕਿ ਭਾਈ ਕਿਸੇ ਨੇ ਅੱਜ ਤੱਕ ਆਣ ਕੇ ਦੱਸਿਆ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਵਾਪਰਿਆ।
ਮੇਰੇ ਨਾਲ ਇਸ ਤਰ੍ਹਾਂ ਹੋਇਆ, ਜੋ ਇੱਕ ਵਾਰ ਸੰਸਾਰ ਤੋਂ ਚਲਿਆ ਗਿਆ ਉਹ ਕਦੇ ਮੁੜ ਕੇ ਵਾਪਸ ਨਹੀਂ ਆਇਆ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੱਥ ਮਰੋੜੇ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੇਤ ਕਹਿੰਦੇ ਨੇ ਪਿਆਰ ਨੂੰ, ਸਨੇਹ ਨੂੰ, ਮੁਹੱਬਤ ਨੂੰ। ਸਭ ਤੋਂ ਜ਼ਿਆਦਾ ਇਨਸਾਨ ਆਪਣੇ ਬੱਚਿਆਂ ਦੇ ਨਾਲ, ਆਪਣੀ ਇਸਤਰੀ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਸਨੇਹ ਹੈ ਉਹਦਾ, ਪਿਆਰ ਹੈ ਉਹਦਾ। ਪਰ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਛੱਡ ਖੜੋਤੇ ਖਿਨੈ ਮਾਹੇ। ਸਰੀਰ ਦੇ ਵਿੱਚੋਂ ਜਾਨ ਗਈ, ਜਾਨ ਜਾਣ ਤੋਂ ਬਾਅਦ ਕਹਿੰਦੇ ਨੇ ਕਿ ਉਹ ਪਰਿਵਾਰ ਦਾ ਸਨੇਹ, ਪਿਆਰ ਦਾ ਪਰਿਵਾਰ ਜਿਹੜਾ ਸਾਰਾ ਹੀ ਉਹ ਛੁੱਟ ਗਿਆ ਏ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਦੇ ਨਾਲ ਹੇਤ ਸੀ, ਜਿਨ੍ਹਾਂ ਦੇ ਨਾਲ ਪਿਆਰ ਸੀ, ਭਾਵੇਂ ਉਹ ਇਸਤਰੀ ਹੈ, ਭਾਵੇਂ ਇਹਦੇ ਧੀਆਂ ਪੁੱਤਰ ਨੇ, ਕਹਿੰਦੇ ਉਹਨਾਂ ਦਾ ਵੀ ਜਿਹੜਾ ਸੀ ਉਹਨਾਂ ਨੇ ਵੀ ਛੱਡਣਾ ਕੀਤਾ ਹੈ। ਕਿਉਂ? ਕਿਉਂਕਿ ਪਤਾ ਹੈ ਕਿ ਸਾਡਾ ਜੇਕਰ ਪਿਆਰ ਸੀ, ਸਾਡੇ ਵਿੱਚ ਜੇਕਰ ਆਪਸ ਦੇ ਵਿੱਚ ਸਾਂਝ ਸੀ, ਉਹ ਓਨਾ ਚਿਰ ਹੀ ਹੈ ਜਿੰਨਾ ਚਿਰ ਸਾਹ ਚੱਲਦੇ ਨੇ। ਹਾਂ, ਬਾਅਦ ਦੇ ਵਿੱਚ ਹੋ ਸਕਦਾ ਕੋਈ 6 ਮਹੀਨੇ ਯਾਦ ਰੱਖੇ, ਕੋਈ ਸਾਲ ਯਾਦ ਰੱਖੇਗਾ, ਪਰ ਇਹ ਤੋਂ ਵੱਧ ਨਹੀਂ। ਇਸ ਕਰਕੇ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਵੇਂ ਇਨਸਾਨ ਆਪਣੇ ਧੀਆਂ ਪੁੱਤਰਾਂ ਦੇ ਲਈ, ਆਪਣੇ ਪਰਿਵਾਰ ਦੇ ਲਈ ਅਨੇਕਾਂ ਹੀ ਯਤਨ ਕਰਦਾ ਹੈ, ਕਈ ਤਰ੍ਹਾਂ ਦੇ ਹੱਥ ਪੈਰ ਮਾਰਦਾ ਹੈ, ਕਹਿੰਦੇ ਪਰ ਹਾਂ ਸਜਣਾ ਇੱਕ ਗੱਲ ਯਾਦ ਰੱਖੀ, ਤੇਰੇ ਕੀਤੇ ਤੇ ਤੈਨੂੰ ਹੀ ਭੁਗਤਣਾ ਪੈਣਾ ਹੈ, ਦੂਜੇ ਨੇ ਕਿਸੇ ਨਹੀਂ ਭੁਗਤਣਾ। ਭਾਵੇਂ ਉਹ ਤੇਰੇ ਹੱਥ ਵਿੱਚ ਹੈ, ਭਾਵੇਂ ਚੰਗੇ ਕਰਮ ਕਰ ਲੈ ਤੇ ਭਾਵੇਂ ਮਾੜੇ ਕਰਮ ਕਰ ਲੈ। ਹਜ਼ੂਰ ਜੀ ਕਹਿੰਦੇ, ਬਹੁ ਪਰਪੰਚ ਕਰ ਪਾਰ ਧਨ ਲਿਆਵੈ, ਸੁਤ ਦਾਰਾ ਪਹਿ ਆਣ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਕਹਿੰਦੇ ਕਈ ਤਰ੍ਹਾਂ ਦੇ ਪ੍ਰਪੰਚ, ਕਈ ਤਰ੍ਹਾਂ ਦੇ ਅਡੰਬਰ, ਕਈ ਤਰ੍ਹਾਂ ਦੇ ਛਲਾਵੇ ਕਰਕੇ ਬਹੁ ਪ੍ਰਪੰਚ, ਕਈ ਤਰ੍ਹਾਂ ਦੇ ਪਦਾਰਥ ਲੈ ਕੇ ਆਇਆ, ਘਰ ਦੇ ਵਿੱਚ ਲਿਆਉਂਦਾ ਏ। ਸੁੱਤਦਾਰਾ ਪਹਿਆਨ ਲੁਟਾਵੇ, ਆਪਣੇ ਧੀਆਂ ਪੁੱਤਰਾਂ ਤੇ ਕਹਿੰਦਾ ਏ ਕਿ ਤੁਸੀਂ ਇਸ ਪੈਸੇ ਦੇ ਨਾਲ ਐਸ਼ ਕਰੋ, ਇਹ ਪੈਸਾ ਤੁਹਾਨੂੰ ਦੇ ਰਿਹਾ ਏ, ਤੁਹਾਡੇ ਕਰਕੇ ਹੀ ਕਮਾ ਰਿਹਾ ਏ। ਕਹਿੰਦੇ ਪਰ ਹਾਂ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਇਹ ਮੇਰੇ ਮਨ ਇਸ ਭੁਲੇਖੇ ਦੇ ਵਿੱਚ ਨਾ ਰਹਿ, ਇਸ ਭਰਮ ਦੇ ਵਿੱਚ ਨਾ ਰਹਿ। ਅੰਤ ਨਬੇੜਾ ਤੇਰੇ ਜੀ ਪਹਿ ਲੀਜੈ, ਅੰਤ ਨੂੰ ਭਾਈ ਨਬੇੜਾ ਤੇ ਤੇਰੀ ਜਿੰਦ ਨੇ ਹੀ ਦੇਣਾ ਪੈਣਾ ਹੈ। ਧੀਆਂ ਪੁੱਤਰਾਂ ਨੇ ਤੇਰਾ ਸਾਥ ਥੋੜ੍ਹੀ ਦੇਣਾ। ਹਾਂ, ਹੋ ਸਕਦਾ ਇਸ ਸੰਸਾਰ ਦੇ ਵਿੱਚ ਇੱਥੇ ਤੇਰਾ ਸਾਥ ਦੇ ਦੇਣਗੇ, ਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਬੀ ਹੁਕਮ ਦੇ ਮੁਤਾਬਕ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਿੰਨੇ ਤੇਰਾ ਸਾਥ ਦੇਣਾ ਹੈ। ਇਹ ਵੀ ਗੱਲ ਆਪਾਂ ਮੰਨਦੇ ਹਾਂ, ਇਹ ਜਾਣਦੇ ਵੀ ਹਾਂ ਕਿ ਇਸ ਤਰ੍ਹਾਂ ਦੇ ਵਿਅਕਤੀ ਭਾਵ ਕਿ ਜੋ ਕਿਸੇ ਦਾ ਹੱਕ ਖੋ ਕੇ ਆਪਣੇ ਧੀਆਂ ਪੁੱਤਰਾਂ ਦੇ ਉੱਤੇ ਇਹ ਪੈਸਾ ਜਾਂ ਕੋਈ ਪਦਾਰਥ ਲਾਉਂਦੇ ਨੇ, ਸੁੱਖ ਉਹਨਾਂ ਨੇ ਵੀ ਨਹੀਂ ਪਾਇਆ, ਔਲਾਦ ਉਹਨਾਂ ਦੀ ਵੀ ਵਿਗੜੀ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਇਹ ਹੈ ਕਿ ਸਾਨੂੰ ਮਿਲ ਰਹੇ ਨੇ। ਜੇਕਰ ਹੱਥੀਂ ਕੁਝ ਕਰਨਾ ਪਵੇ ਫਿਰ ਉਹਨਾਂ ਨੂੰ ਕਦਰ ਹੁੰਦੀ ਹੈ, ਕੀਤੇ ਕੰਮ ਦੀ ਵੀ ਕਦਰ ਹੁੰਦੀ ਹੈ ਤੇ ਇਨਸਾਨ ਦੀ ਵੀ ਕਦਰ ਹੁੰਦੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦੇ ਨਾਲ ਤੇਰਾ ਸਨੇਹ ਸੀ, ਜਿਨ੍ਹਾਂ ਦੇ ਨਾਲ ਤੇਰਾ ਪਿਆਰ ਸੀ, ਛੱਡ ਖੜੋਤੇ ਖਿਨੇ ਮਾਏ। ਭਾਈ ਉਹਨਾਂ ਨੇ ਵੀ ਅੱਗ ਦੀਆਂ ਲਪਟਾਂ ਵੇਖ ਕੇ ਤੇਰਾ ਪਿਆਰ, ਤੇਰਾ ਸਨੇਹ, ਤੇਰੇ ਨਾਲ ਜਿਹੜਾ ਸਨੇਹ ਸੀ ਤੈਨੂੰ ਛੱਡਣਾ ਕੀਤਾ। ਭਾਈ ਨਹੀਂ, ਹੁਣ ਸਾਡਾ ਇਹਦੇ ਨਾਲ ਕੋਈ ਪਿਆਰ ਨਹੀਂ, ਸਾਡਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ। ਇਸ ਕਰਕੇ ਜਿਨ ਸਿਉ ਲੱਗਾ ਹੇਤ, ਜਿਨ੍ਹਾਂ ਦੇ ਨਾਲ ਇਨਸਾਨ ਦਾ ਹੇਤ ਸੀ, ਪਿਆਰ ਸੀ। ਹੱਥ ਮਰੋੜੇ ਤਨ ਕਪੇ, ਸਿਆਹ ਹੋਆ ਸੇਤ। ਕਹਿੰਦੇ ਨੇ ਕਿ ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਮੌਤ ਨੇ ਆਣ ਕੇ ਵਿਖਾਲੀ ਦਿੱਤੀ, ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੱਥ ਮਰੋੜੇ, ਭਾਵ ਕਿ ਉਦੋਂ ਉਸ ਟਾਈਮ ਦੇ ਉੱਤੇ ਕਹਿੰਦੇ ਕਿ ਫਿਰ ਸਰੀਰ ਜਿਹੜਾ ਸੀ, ਮਲਕ ਜੀ ਕਹਿੰਦੇ ਨੇ ਉਹ ਨਿਰਬਲ ਹੋ ਗਿਆ, ਬਲ ਨਹੀਂ ਰਿਹਾ ਉਹਦੇ ਵਿੱਚ। ਮਲਕ ਜੀ ਨੇ ਇੱਥੇ ਬਿਆਨ ਕੀਤਾ, ਕਹਿੰਦੇ ਹੱਥ ਮਰੋੜੇ, ਹੱਥ ਜਿਹੜੇ ਨੇ ਫਿਰ ਕਹਿੰਦੇ ਨੇ ਉਹ
ਜ਼ਿਆਦਾ ਭਾਰ ਨਹੀਂ ਚੁੱਕ ਸਕਦੇ। ਸਰੀਰ ਹੀ ਨਿਰਬਲ ਹੋ ਗਿਆ, ਸਰੀਰ ਦੇ ਵਿੱਚ ਰਿਹਾ ਹੀ ਕੱਖ ਨਾ। ਤੇ ਕਹਿੰਦੇ ਫਿਰ ਉਸ ਟਾਈਮ ਦੇ ਉੱਤੇ ਜਦੋਂ ਮੌਤ ਨੇ ਸਾਹਮਣੇ ਵਿਖਾਲੀ ਦਿੱਤੀ, ਫਿਰ ਹੱਥ ਪੈਰ ਮੁੜਨੇ ਹੀ ਸ਼ੁਰੂ ਹੋ ਗਏ। ਆਪਾਂ ਇਹ ਵੇਖਦੇ ਹਾਂ ਕਿ ਜਿਸ ਟਾਈਮ ਦੇ ਉੱਤੇ ਇਨਸਾਨ ਦਾ ਆਖਰੀ ਸਮਾਂ ਹੁੰਦਾ ਹੈ, ਸਰੀਰ ਦੇ ਉੱਤੇ ਕਈ ਤਰ੍ਹਾਂ ਦੇ ਰੋਗ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ, ਕਈ ਤਰ੍ਹਾਂ ਦੇ ਰੋਗ ਆ ਜਾਂਦੇ ਨੇ ਜਿਨ੍ਹਾਂ ਦਾ ਇਲਾਜ ਤੇ ਕਰਵਾਇਆ ਜਾਂਦਾ, ਪਰ ਹਾਂ ਉਹ ਫਰਕ ਕੋਈ ਨਹੀਂ ਪੈਂਦਾ। ਹੱਥ ਮਰੋੜੇ ਤਨ ਕੱਪੇ, ਤਨ ਵੀ ਜਿਹੜਾ ਕਹਿੰਦਾ ਬੁਢੇਪੇ ਦੇ ਵਿੱਚ ਤੇ ਤਨ ਵੀ ਕੱਪਣ ਡੈ ਪੈਂਦਾ ਹੈ, ਭਾਵ ਕਿ ਕੰਬਣ ਡੈ ਪੈਂਦਾ ਹੈ। ਸਿਆਹੋ ਹੋਆ ਸੇਤ, ਕਹਿੰਦੇ ਜਿਸ ਟਾਈਮ ਦੇ ਉੱਤੇ ਸਰੀਰ ਦੇ ਵਿੱਚ ਬਲੱਡ ਦਾ ਸਰਕਲ ਚੱਲਦਾ ਹੈ, ਉਸ ਟਾਈਮ ਦੇ ਉੱਤੇ ਇਹ ਸਰੀਰ ਲਾਲਗੀ ਦੇ ਵਿੱਚ ਹੈ। ਸਾਹ ਨਿਕਲ ਗਏ, ਸਾਹ ਨਿਕਲਣ ਦੇ ਨਾਲ ਕਹਿੰਦੇ ਨੇ ਕਿ ਉਹ ਬਲੱਡ ਦਾ ਜਿਹੜਾ ਸਰਕਲ ਹੈ ਉਹ ਬੰਦ ਹੋ ਗਿਆ। ਕੁਝ ਸਮੇਂ ਲਈ ਸਰੀਰ ਜਿਹੜਾ ਆਪਣਾ ਚਿਹਰਾ ਹੈ ਇਹਦੇ ਵਿੱਚੋਂ ਖੂਨ ਦਾ ਜਿਹੜਾ ਸਰਕਲ ਉਹ ਬੰਦ ਹੋਣ ਕਰਕੇ ਕਹਿੰਦੇ ਰੰਗ ਕਾਲਾ ਪੈ ਗਿਆ। ਕਾਲੇ ਤੋਂ ਫਿਰ ਮੌਤ ਤੋਂ ਬਾਅਦ ਜਿਹੜਾ ਖੂਨ ਹੈ ਉਹ ਵੀ ਪਾਣੀ ਬਣ ਜਾਂਦਾ ਹੈ। ਪਾਣੀ ਬਣਨ ਦੇ ਨਾਲ ਕਹਿੰਦੇ ਨੇ ਕਿ ਫਿਰ ਪਹਿਲਾਂ ਸੀਗਾ ਲਾਲਗੀ ਦੇ ਵਿੱਚ, ਫਿਰ ਕਾਲੂ ਦੇ ਵਿੱਚ, ਕਾਲੂ ਤੋਂ ਬਾਅਦ ਕਹਿੰਦੇ ਫਿਰ ਸਫੇਦ ਹੋ ਗਿਆ। ਸਿਆਹੋ ਹੋਵਾ ਸੇਤ, ਕਹਿੰਦੇ ਉਹ ਸਫੇਦ ਹੋ ਗਿਆ, ਰੰਗ ਜਿਹੜਾ ਸੀ ਸਫੇਦ ਹੋ ਗਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜਿੱਤ ਦਿਹਾੜੇ ਧਨ ਵਾਰੇ ਸਾਹੇ ਲਏ ਲਖਾਏ, ਮਲਕ ਜੇ ਕੰਨੀ ਸੁਣੀਦਾ ਮੋਹ ਦੇ ਖਾਲੇ ਆਏ। ਜਿੰਦ ਨਿਮਾਣੀ ਕੱਢੀ ਐ ਹੱਡਾਂ ਕੂਕੜਕਾਏ, ਜਿੰਦ ਨਿਮਾਣੀ ਕੱਢੀ ਐ। ਬਾਬਾ ਫਰੀਦ ਜੀ ਕਹਿੰਦੇ ਫਿਰ ਜਿੰਦ ਜਿਹੜੀ ਹੈ, ਸਾਹ ਜਿਹੜੇ ਨੇ ਇਹ ਹੱਡਾਂ ਦੇ ਵਿੱਚੋਂ ਜਦੋਂ ਨਿਕਲਦੀ ਹੈ, ਸਰੀਰ ਦੇ ਵਿੱਚੋਂ ਨਿਕਲਦੀ ਹੈ, ਫਿਰ ਕਹਿੰਦੇ ਪਤਾ ਲੱਗਦਾ ਹੈ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ। ਕਹਿੰਦੇ ਫਿਰ ਉਸ ਵਾਹਿਗੁਰੂ ਪਰਮਾਤਮਾ ਜੀ ਦਾ ਜੋ ਲਿਖਿਆ ਗਿਆ ਹੈ, ਜੋ ਅਕਾਲ ਪੁਰਖ ਪਰਮਾਤਮਾ ਜੀ ਦਾ ਕਾਨੂੰਨ ਹੈ, ਉਹਦੇ ਮੁਤਾਬਕ ਕਹਿੰਦੇ ਇਸ ਸਰੀਰ ਦੇ ਵਿੱਚੋਂ ਸਾਹ ਜਿਹੜੇ ਨੇ ਉਹ ਨਿਕਲਣੇ ਨੇ। ਤਾਂ ਹੀ ਤਾਂ ਮਾਲਕ ਜੀ ਕਹਿੰਦੇ ਹੱਥ ਮਰੋੜੇ ਤਨ ਕਪੇ ਸਿਆਹੋ ਹੋਵਾ ਸੇਤ। ਫਿਰ ਕਹਿੰਦੇ ਨੇ ਕਿ ਉਸ ਅਵਸਥਾ ਦੇ ਵਿੱਚ ਜਾ ਕੇ ਹੱਥ ਪੈਰ ਜਿਹੜੇ ਉਹ ਮੁੜਨੇ ਸ਼ੁਰੂ ਹੋ ਜਾਂਦੇ ਨੇ। ਜੇ ਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਧਰਤੀ ਦੇ ਵਿੱਚ ਤੂੰ ਜਿਸ ਤਰ੍ਹਾਂ ਦਾ ਵੀ ਕਾਰਜ ਕਰਦਾ ਹੈ, ਜਿਸ ਤਰ੍ਹਾਂ ਦਾ ਵੀ ਬੀਜਦਾ ਹੈ, ਉਸੇ ਤਰ੍ਹਾਂ ਦਾ ਤੈਨੂੰ ਫਲ ਪ੍ਰਾਪਤ ਹੁੰਦਾ ਹੈ ਨਾ। ਆ ਸਮਾਂ ਚੱਲ ਰਿਹਾ ਹੁਣ ਜਿਹੜੀ ਬੀਜੀ ਹੋਈ ਫਸਲ ਹੈ ਉਹਨੂੰ ਕੱਟਣ ਦਾ ਸਮਾਂ ਅੱਗੇ ਆਵੇਗਾ, ਤੇ ਜੇਕਰ ਚੰਗੀ ਤਰ੍ਹਾਂ ਪੈਲੀ ਨੂੰ ਸਵਾਰ ਕੇ ਵਾਹ ਕੇ ਉਹਦੇ ਵਿੱਚ ਬੀਜ ਬੀਜੇ ਨੇ, ਫਲ ਵੀ ਤਾਂ ਹੀ ਪ੍ਰਾਪਤ ਹੋਵੇਗਾ। ਜੇਕਰ ਕੋਈ ਇਨਸਾਨ ਪੈਲੀ ਨੂੰ ਆਪਣੀ ਨੂੰ ਵਾਹੀ ਜਾਵੇ, ਪਾਣੀ ਪਾਈ ਜਾਵੇ, ਬੀਜ ਉਹਦੇ ਵਿੱਚ ਬੀਜੇ ਨਾ, ਕੀ ਉਹਨੂੰ ਕੋਈ ਫਲ ਪ੍ਰਾਪਤ ਹੋਵੇਗਾ? ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਇਹ ਸਰੀਰ ਰੂਪੀ ਖੇਤ ਦੇ ਵਿੱਚ ਚੰਗੇ ਗੁਣਾਂ ਦਾ ਬੀਜ ਬੀਜੇਗਾ ਤੇ ਤੈਨੂੰ ਚੰਗਾ ਹੀ ਫਲ ਪ੍ਰਾਪਤ ਹੋਵੇਗਾ। ਪਰ ਹਾਂ ਜੇਕਰ ਤੂੰ ਮਾੜਾ ਬੀਜ ਭਾਵ ਕਿ ਕਿਸੇ ਦੇ ਨਾਲ ਵੈਰ ਰੱਖਣਾ, ਕਿਸੇ ਦੇ ਨਾਲ ਵਿਰੋਧ ਰੱਖਣਾ, ਕਿਸੇ ਨੂੰ ਕੁਝ ਬੋਲ ਦੇਣਾ ਜਿਹਦੇ ਨਾਲ ਆਪ ਵੀ ਦੁਖੀ ਹੁੰਦਾ ਹੈ, ਅਗਲੇ ਨੂੰ ਵੀ ਦੁਖੀ ਕਰਦਾ ਹੈ, ਕਹਿੰਦੇ ਇਸ ਤਰ੍ਹਾਂ ਦੇ ਬੀਜ ਬੀਜਣ ਦੇ ਨਾਲ ਤੈਨੂੰ ਕੋਈ ਚੰਗਾ ਫਲ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਪਾਈ। ਇਹ ਤੇ ਕਰਮਾਂ ਦੀ ਗੱਲ ਹੈ ਨਾ, ਇਹ ਤੇ ਇਨਸਾਨ ਦੇ ਹੱਥ ਵਿੱਚ ਹੈ ਕਿ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ ਕਿ ਨਰਕ ਬਣਾਉਣਾ ਹੈ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਕਹਿੰਦੇ ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਲੀਜੈ ਅਵਰ ਜਣਾ। ਕਹਿੰਦੇ ਬਾਅਦ ਦੇ ਵਿੱਚ ਜੋ ਆਖਣਾ ਕਿ ਭਾਈ ਸਾਡੇ ਨਾਲ ਕਿਸੇ ਨੇ ਬੁਰਾ ਕਰ ਦਿੱਤਾ, ਸਾਡੇ ਨਾਲ ਇਸ ਤਰ੍ਹਾਂ
ਜ਼ਿਆਦਾਤਰ ਉਲਾਮੇ ਜੇਕਰ ਕੋਈ ਵਿਪਤਾ ਪੈ ਜਾਵੇ ਨਾ ਸਰੀਰ ਦੇ ਉੱਤੇ, ਕੋਈ ਦੁੱਖ ਆ ਜਾਵੇ, ਕੋਈ ਰੋਗ ਆ ਜਾਵੇ, ਰੱਬ ਨੂੰ ਹੀ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਨੇ ਕਿ ਸਾਡੇ ਨਾਲ ਰੱਬ ਨੇ ਠੀਕ ਨਹੀਂ ਕੀਤਾ। ਭਾਈ ਪਰਮਾਤਮਾ ਦਾ ਇਹ ਕਾਨੂੰਨ ਹੈ, ਹੁਕਮ ਹੈ ਪਰਮਾਤਮਾ ਜੀ ਦਾ, ਉਹਨੂੰ ਜਿਵੇਂ ਚੰਗਾ ਲੱਗਦਾ ਹੈ ਹੋਣਾ ਉਸੇ ਤਰ੍ਹਾਂ ਹੈ। ਹਾਂ, ਇਨਸਾਨ ਕਈ ਤਰ੍ਹਾਂ ਦੇ ਹੀਲੇ ਵਸੀਲੇ ਕਰਦਾ ਹੈ। ਹਜ਼ੂਰ ਜੀ ਦਾ ਪਾਵਨ ਬਚਨ ਪੜ੍ਹਦੇ ਆ ਨਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ। ਕਹਿੰਦੇ ਹੋਣਾ ਤੇ ਉਹ ਹੈ ਜੋ ਕਰਤੇ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਹੈ। ਤੇਰੇ ਕੀਤਿਆਂ ਕੁਝ ਨਹੀਂ ਹੋਣਾ। ਹਾਂ, ਯਤਨ ਕਰ ਕਿ ਇਸ ਮਨੁੱਖਾ ਦੇਹੀ ਦੇ ਵਿੱਚ ਪਰਮਾਤਮਾ ਜੀ ਦਾ ਨਾਮ ਜਿਹੜਾ ਉਹ ਜਪਣਾ ਕਰ। ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਬੀਜਿਆ ਸੀ ਉਹ ਮੈਂ ਵੱਢਣਾ ਕੀਤਾ ਏ, ਦੋਸ਼ ਨਾ ਦੀਜੇ ਅਵਰ ਜਣਾ। ਹੁਣ ਜੇਕਰ ਕੋਈ ਕਿਸਾਨ ਇਹ ਕਵੇ ਮੈਂ ਕਣਕ ਦਾ ਬੀਜ ਬੀਜ ਕੇ ਤੇ ਇਥੋਂ ਜਵਾਰ ਵੱਢਾਂ, ਬਾਜਰਾ ਵੱਢਾਂ, ਇਸ ਤਰ੍ਹਾਂ ਹੋ ਸਕਦਾ ਹੈ? ਹੁਣ ਜੇਕਰ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਕਰ ਰਿਹਾ ਏ, ਦੂਜਿਆਂ ਨੂੰ ਨੁਕਸਾਨ ਦੇ ਰਿਹਾ ਏ, ਦੁੱਖ ਦੇ ਰਿਹਾ ਏ, ਕੀ ਉਹ ਸੁੱਖ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਪਾ ਸਕਦਾ ਹੈ? ਹੋਣਾ ਤੇ ਉਹ ਹੈ ਨਾ, ਜਿਸ ਹਿਸਾਬ ਦੇ ਨਾਲ ਸੰਸਾਰ ਦੇ ਵਿੱਚ ਇਹ ਬੀਜ, ਇਹ ਧਰਤੀ ਦੇ, ਇਹ ਕਾਇਆ ਦੇ ਵਿੱਚ, ਇਹ ਸਰੀਰ ਦੇ ਵਿੱਚ ਜੋ ਵਿਚਾਰ ਲੈ ਕੇ ਆਉਂਦੇ ਸੀ, ਅਸਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਆਪਾਂ ਇਹ ਬਚਨ ਵੀ ਪੜ੍ਹਦੇ ਹਾਂ। ਕਹਿੰਦੇ ਇਨਸਾਨ ਜਿਸ ਤਰ੍ਹਾਂ ਦੀ ਸੰਗਤ ਦੇ ਵਿੱਚ ਰਹਿੰਦਾ ਏ ਉਸੇ ਤਰ੍ਹਾਂ ਦੇ ਕਰਮ ਉਹ ਕਰਦਾ ਏ। ਸੰਗਤ ਚੰਗੀ ਹੈ ਤੇ ਉਹਦੇ ਕਰਮ ਵੀ ਚੰਗੇ ਨੇ। ਜੇ ਸੰਗਤ ਮਾੜੀ ਹੈ ਤੇ ਫਿਰ ਉਸ ਸੰਗਤ ਦਾ ਨਤੀਜਾ ਉਹ ਸੰਗਤ ਨਹੀਂ ਕਹਿ ਸਕਦੇ, ਅਸਲ ਦੇ ਵਿੱਚ ਉਹ ਹੈ ਹੀ ਕੁਸੰਗਤ ਹੈ। ਜਿਹਦੇ ਵਿੱਚੋਂ ਚੰਗੇ ਗੁਣ ਸਾਨੂੰ ਪ੍ਰਾਪਤ ਹੋਣ, ਚੰਗੀ ਸਿੱਖਿਆ ਮਿਲੇ, ਉਹਨੂੰ ਅਸੀਂ ਸੰਗਤ ਕਹਿ ਸਕਦੇ ਹਾਂ। ਇਨਸਾਨ ਜਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਬੈਠਦਾ ਹੈ, ਉੱਠਦਾ ਹੈ, ਉਹਨਾਂ ਦੇ ਵਿੱਚ ਰਹਿੰਦਾ ਹੈ, ਉਹਨਾਂ ਦੇ ਦਿਮਾਗੀ ਤੌਰ ਤੇ ਭਾਵ ਕਿ ਉਹਨਾਂ ਦੇ ਵੱਲੋਂ ਜੋ ਕੀਤਾ ਜਾ ਰਿਹਾ ਹੈ, ਉਹਨਾਂ ਦੇ ਖਿਆਲ ਜਿਸ ਤਰ੍ਹਾਂ ਦੇ ਨੇ, ਇਨਸਾਨ ਉਹੀ ਖਿਆਲ ਫਿਰ ਆਪਣੇ ਬਣਾ ਲੈਂਦਾ ਹੈ। ਜਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਹੈ, ਜਿਸ ਤਰ੍ਹਾਂ ਦਾ ਉਹਨਾਂ ਦਾ ਵਿਅਕਤੋਂ ਵਿਵਹਾਰ ਹੈ, ਉਸੇ ਤਰ੍ਹਾਂ ਦਾ ਇਨਸਾਨ ਆਪ ਹੋ ਜਾਂਦਾ ਹੈ। ਇਸ ਕਰਕੇ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹਾ ਬੀਜੈ ਸੋ ਲੁਣੈ। ਜਿਸ ਤਰ੍ਹਾਂ ਦਾ ਤੂੰ ਬੀਜ ਰਿਹਾ ਹੈ ਉਹੋ ਜਿਹਾ ਤੈਨੂੰ ਵੱਢਣਾ ਪੈਣਾ ਹੈ। ਕਰਮਾਂ ਸੰਗੜਾ ਖੇਤ ਕਹਿੰਦੇ ਜੀ, ਇਹ ਖੇਤ ਤੇ ਕਰਮਾਂ ਤੇ ਭਾਵ ਇਹ ਕੰਮ ਜਿਹੜੇ ਚ ਚੰਗੇ ਕਰੇਗਾ, ਚੰਗਾ ਬੀਜ ਬੀਜੇਗਾ ਤੇ ਚੰਗਾ ਹੀ ਤੈਨੂੰ ਫਲ ਪ੍ਰਾਪਤ ਹੋਵੇਗਾ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਨਾਨਕ ਨਾਮ ਦੀ ਮੋਹਰ ਲਗਾ ਕੇ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ, ਨਾਨਕ ਪ੍ਰਭ ਸ਼ਰਨਾਗਤੀ। ਭਾਈ ਪਰਮਾਤਮਾ ਦੀ ਸ਼ਰਣਾ ਦੇ ਵਿੱਚ, ਪਰਮਾਤਮਾ ਦੀ ਦਰਗਾਹ ਦੇ ਵਿੱਚ, ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਣਾ ਕਰ। ਉਹਦੇ ਨਾਲ ਕੀ ਹੋਵੇਗੀ? ਗਤੀ। ਫਿਰ ਤੇਰੇ ਮਾੜੇ ਕੰਮਾਂ ਦੇ ਵਿੱਚੋਂ, ਇਨਸਾਨ ਦੇ ਦਿਮਾਗ ਦੇ ਵਿੱਚੋਂ, ਮਨ ਦੇ ਵਿੱਚੋਂ ਜੋ ਮੰਦੇ ਕਰਮ ਨੇ ਉਹ ਦੂਰ ਹੋ ਜਾਣਗੇ। ਹਜ਼ੂਰ ਜੀ ਕਹਿੰਦੇ ਚਰਨ ਬੋਹਿਤ ਪ੍ਰਭ ਦੇਤ। ਪਰਮਾਤਮਾ ਦਾ ਨਾਮ ਫਿਰ ਕੀ ਹੋਵੇਗਾ? ਤੈਨੂੰ ਇਸ ਭਵਜਲ ਰੂਪੀ ਸੰਸਾਰ ਦੇ ਵਿੱਚੋਂ, ਵਿਕਾਰਾਂ ਦੇ ਵਿੱਚੋਂ ਬਾਹਰ ਕੱਢ ਦੇਵੇਗਾ। ਜਿਵੇਂ ਸਮੁੰਦਰ ਦੇ ਵਿੱਚੋਂ ਡੁੱਬਦੇ ਹੋਏ ਮੁਸਾਫਰਾਂ ਨੂੰ ਕਹਿੰਦੇ ਕਿਸ਼ਤੀ ਬਾਹਰ ਲੈ ਕੇ ਚਲੇ ਜਾਂਦੀ ਹੈ ਨਾ, ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਇਸ ਸੰਸਾਰ ਦੇ ਵਿੱਚ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਇਨਸਾਨਾਂ ਨੂੰ ਲੈ ਕੇ ਭਵਜਲ ਰੂਪੀ ਇਸ ਸੰਸਾਰ ਤੋਂ ਪਰਮਾਤਮਾ ਜੀ ਤੱਕ ਲੈ ਕੇ ਜਾਂਦਾ ਹੈ। ਵਾਹਿਗੁਰੂ ਜੀ ਦਾ ਨਾਮ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਅੰਤਮ ਪੰਕਤੀ ਵਿੱਚ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਭਾਈ ਇਸ ਕਰਕੇ ਇਸ ਭਾਦਰੋਂ ਦੇ ਮਹੀਨੇ ਦੇ ਵਿੱਚ ਉਹ ਇਨਸਾਨ ਸੁੱਖ ਦਾ ਜੀਵਨ ਬਤੀਤ ਕਰਦੇ ਨੇ ਜਿਨ੍ਹਾਂ ਨੇ ਪਰਮਾਤਮਾ ਜੀ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਗੁਰੂ ਦੇ ਹੁਕਮ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਨੇ। ਗੁਰ ਰੱਖਣ ਵਾਲਾ ਹੇਤ, ਗੁਰੂ ਉਹਨਾਂ ਦੀ ਬਾਂਹ ਫੜਦਾ ਹੈ, ਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ। ਕਿਹਨਾਂ ਦੀ? ਜੋ ਇਹ ਮਨ ਵਿੱਚ ਧਾਰ ਲੈਂਦੇ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਕਹਿੰਦੇ ਜੋ ਗੁਰੂ ਜਿਹੜੇ ਆਪਣੇ ਨਾਲ ਜੋ ਸਮਝਦੇ ਨੇ ਕਿ ਗੁਰੂ ਤੇ ਸਾਡੇ ਨਾਲ ਹਮੇਸ਼ਾ ਹੀ ਹੈ, ਹਮੇਸ਼ਾ ਹੀ ਸਾਡੀ ਰੱਖਿਆ ਕਰਦਾ ਹੈ, ਗੁਰੂ ਉਹਨਾਂ ਦੇ ਲਈ ਭਾਵ ਫਿਰ ਕਹਿੰਦੇ ਨੇ ਕਿ ਇਨਸਾਨ
ਇਹ ਸੋਚਦਾ ਹੈ ਕਿ ਅੱਜ ਤੋਂ ਬਾਅਦ ਭੁਲੇਖੇ ਖਤਮ, ਵਹਿਮ ਖਤਮ, ਭਟਕਣਾ ਖਤਮ, ਅੱਜ ਤੋਂ ਬਾਅਦ ਕਿਸੇ ਬਾਬੇ ਨੂੰ ਨਹੀਂ ਪੂਜਣਾ। ਕਿਉਂਕਿ ਇਹ ਲੋਕ ਜਿਹੜੇ ਨੇ ਆਪ ਭਰਮ ਦੇ ਵਿੱਚ ਪਏ ਨੇ, ਆਪ ਭੁਲੇਖਿਆਂ ਦੇ ਵਿੱਚ ਪਏ ਨੇ, ਤੇ ਇਹਨਾਂ ਦੂਜਿਆਂ ਨੂੰ ਭੁਲੇਖਿਆਂ ਦੇ ਵਿੱਚੋਂ ਕੀ ਕੱਢਣਾ ਹੈ। ਜੇ ਇਹਨਾਂ ਨੂੰ ਇਹ ਪਤਾ ਹੁੰਦਾ, ਇਹ ਆਪ ਭੁਲੇਖਿਆਂ ਦੇ ਵਿੱਚ ਇਹਨਾਂ ਨੇ ਨਹੀਂ ਸੀ ਪੈਣਾ, ਜੇ ਇਹ ਪਤਾ ਹੁੰਦਾ ਕਿ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੀ ਦਰਗਾਹ ਦਾ ਸਹਾਈ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੇ ਸਦਕਾ ਕੋਸ਼ਿਸ਼ ਕਰੀਏ, ਮਹਾਰਾਜ ਜੀਆਂ ਨੇ ਜੋ ਬਚਨ ਸਾਡੀ ਝੋਲੀ ਵਿੱਚ ਪਾਏ ਨੇ, ਇਹਨਾਂ ਬਚਨਾਂ ਦੇ ਮੁਤਾਬਕ ਚੱਲ ਕਰਕੇ ਆਪਣੇ ਜੀਵਨ ਨੂੰ ਬਤੀਤ ਕਰੀਏ। ਇਹ ਮਿਲਿਆ ਹੋਇਆ ਸਮਾਂ ਸੰਸਾਰ ਦੇ ਉੱਤੇ, ਇਹ ਦੇਹ ਹੀ ਜਿਹੜੀ ਮਿਲੀ ਹੈ, ਹਜ਼ੂਰ ਜੀ ਦੇ ਬਚਨਾਂ ਦੇ ਮੁਤਾਬਕ ਭਾਈ ਜਿਹੜੇ ਆਪਣੇ ਬਚਨ ਨੇ, ਬੋਲ ਨੇ ਜਿਹੜੇ, ਉਹ ਮਿਠਾਸ ਵਾਲੇ ਹੋਣ। ਇਹ ਨਾ ਹੋਵੇ ਕਿ ਜੋ ਅਸੀਂ ਬੋਲ ਰਹੇ ਹਾਂ ਉਹਦੇ ਨਾਲ ਕਿਸੇ ਅਗਲੇ ਨੂੰ ਵੀ ਦੁੱਖ ਪਹੁੰਚੇ। ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਸ ਵੇਲੇ ਪਰਮਾਤਮਾ ਜੀ ਦਾ ਇਹ ਹੁਕਮ ਆ ਜਾਣਾ। ਇਸ ਕਰਕੇ ਗੁਰੂ ਦੇ ਆਸ਼ੇ ਦੇ ਮੁਤਾਬਕ, ਗੁਰੂ ਦੀ ਸਿੱਖਿਆ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ, ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਤਾਰੀਆਂ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ। ਨਾਮ ਹਰ ਕੈ ਲਾਗੇ, ਆਨੰਦ ਸੁਣਹੁ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ,
ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ।